ਅੱਛਾ ਸਰ, ਅੱਜ ਤੱਕ ਕਿੰਨੇ ਇੰਟਰਵਿਊਜ਼ ਕਰ ਚੁੱਕੇ ਹੋ ਅੰਦਾਜ਼ਾ? नो आइडिया। ਇੱਕ ਅੰਦਾਜ਼ਾ ਹੈ ਕਿ ਇੰਨੇ ਹਜ਼ਾਰਾਂ ਜਾਂ ਇੰਨੇ ਤਕਰੀਬਨ ਕੋਈ ਇੱਕ ਆਈਡੀਆ ਹੋਏਗਾ? मैं मतलब ਹੁਣ ਤੇ 4 ਦਿਨ ਹਫਤੇ 'ਚ ਹੁੰਦਾ ਹੈ ਪ੍ਰੋਗਰਾਮ, ਹਾਂ ਲੇਕਿਨ ਇੱਕ ਜ਼ਮਾਨਾ ਸੀ ਕਿ ਅਸੀਂ 5-5 6-6 ਦਿਨ ਵੀ ਹਫਤੇ 'ਚ ਪ੍ਰੋਗਰਾਮ ਕਰਦੇ ਸਾਂ। ਅੱਛਾ। ਅਖਬਾਰਾਂ ਦੀ ਜ਼ਿੰਦਗੀਆਂ 'ਚ 7 ਦਿਨ ਹੀ ਖਬਰਾਂ ਕਰੀ ਦੀਆਂ ਸਨ। ਤਾਂ ਨੋ ਸਭ ਤੋਂ ਇੰਟਰਸਟਿੰਗ ਇੰਟਰਵਿਊ ਕਿਹੜਾ ਜਿਹੜਾ ਹਮੇਸ਼ਾ ਯਾਦ ਰਹਿੰਦਾ ਹੈ, ਜਾਂ ਕੋਈ ਐਸੀ ਪਰਸਨੈਲਿਟੀ ਜਿਹੜੀ ਸਾਹਮਣੇ ਆ ਕੇ ਬੈਠੀ ਸੀ? ਕਈ ਅੱਛੇ ਇੰਟਰਵਿਊਜ਼ ਨੇ। ਮਤਲਬ ਬੁਸ਼ਰਾ ਬੀਬੀ ਦਾ ਇੰਟਰਵਿਊ ਬਾਰ-ਬਾਰ ਕੋਟ ਇਹ ਹੁੰਦਾ ਤਾਂ ਹੈ, ਬਲਕਿ ਮੈਂ ਤੁਹਾਡੇ ਤੋਂ ਪੁੱਛਣਾ ਵੀ ਸੀ, ਤੁਸੀਂ ਆਪ ਹੀ ਗੱਲ ਛੇੜ ਦਿੱਤੀ। ਉਹਦੇ 'ਚ ਬਾਕੀ ਤਾਂ ਪਤਾ ਨਹੀਂ ਕੋਈ ਮੈਮੋਰੇਬਲ ਹੈ ਕਿ ਨਹੀਂ, ਲੇਕਿਨ ਉਹ ਇੰਟਰਵਿਊ ਹੈ ਜਿਹੜਾ ਸਿਰਫ ਮੈਂ ਹੀ ਕੀਤਾ, ਹਾਲੇ ਤੱਕ ਕਿਸੇ ਹੋਰ ਨੇ ਕੀਤਾ ਨਹੀਂ। ਫਿਰ ਮੈਨੂੰ ਇਹ ਦੱਸੋ ਕਿ ਜਿਹੜਾ ਅਸੀਂ ਉਹਨਾਂ ਦੇ ਬਾਰੇ 'ਚ ਲੋਕੀ ਗੱਲਾਂ ਕਰਦੇ ਨੇ, ਅਸੀਂ ਸੁਣਦੇ ਹਾਂ, ਉਹ ਗੱਲਾਂ ਜਾਂ ਬੁਸ਼ਰਾ ਬੀਬੀ ਸਾਹਿਬਾ ਕਿੰਨਾ ਮਤਲਬ ਸਿਮਿਲੈਰਿਟੀਜ਼ ਕਿੰਨੀਆਂ ਨੇ, ਡਿਫਰੈਂਸ ਕਿੰਨੇ ਨੇ? ਬੁਸ਼ਰਾ ਬੀਬੀ ਸਾਹਿਬਾ ਦੀ ਪਰਸਨੈਲਿਟੀ ਕਿੰਝ ਦੀ ਹੈ? ਕਿਉਂਕਿ ਜਿੱਦਾਂ ਦੇ ਤੁਸੀਂ ਹੋ ਇੱਕ ਕਾਮਯਾਬ ਜਰਨਲਿਸਟ, ਤੁਹਾਡੀ ਆਬਜ਼ਰਵੇਸ਼ਨ ਤੇ ਬਹੁਤ ਸਟਰੋਂਗ ਹੈ। ਤੁਸੀਂ ਆਬਜ਼ਰਵ ਕੀ ਕੀਤਾ ਉਹਨਾਂ ਦੇ ਵਿੱਚ? ਮੈਂ ਉਹਨਾਂ ਦੇ ਘਰ ਆਉਣਾ ਜਾਣਾ ਸਾਂ, ਹੁਣ ਨਹੀਂ ਅੱਜ ਕੱਲ੍ਹ ਜਾਂਦਾ, ਲੇਕਿਨ ਮੈਂ ਉਹਨਾਂ ਦੇ ਬੱਚਿਆਂ ਤੋਂ, ਉਹਨਾਂ ਦੀ ਫੈਮਿਲੀ ਤੋਂ ਵਾਕਿਫ ਹਾਂ। ਮਿਲਣਾ ਉਹਨਾਂ ਨੂੰ ਮੈਂ ਇਮਰਾਨ ਖਾਨ ਦੀ ਵਜ੍ਹਾ ਤੋਂ ਸ਼ੁਰੂ ਕੀਤਾ ਸੀ। ਅੱਛਾ। ਇਮਰਾਨ ਖਾਨ ਨੇ ਇਬਤਦਾਈ ਤੌਰ 'ਤੇ ਜਦੋਂ ਉਹਨਾਂ ਕੋਲ ਜਾਣਾ ਸ਼ੁਰੂ ਕੀਤਾ ਤੇ ਉਹ ਪਿੰਕੀ ਪੀਰਨੀ ਦੇ ਨਾਮ ਤੋਂ ਖਬਰਾਂ ਛਪੀਆਂ ਸ਼ੁਰੂ ਹੋ ਗਈਆਂ। ਤੇ ਮੈਂ ਇਮਰਾਨ ਦੇ ਨਾਲ ਅੱਛਾ ਤਾਲੁਕ ਸੀ, ਕਿਉਂਕਿ ਹੁਣ 35 ਸਾਲ ਦੇ ਵਿੱਚ ਤੁਸੀਂ ਰੋਜ਼ਾਨਾ ਇਹਨਾਂ ਬੰਦਿਆਂ ਦਾ ਇੰਟਰਵਿਊ ਕਰਦੇ ਹੋ ਤੇ ਤੁਹਾਡੀ ਉਹਨਾਂ ਨਾਲ ਇੱਕ ਲੈਵਲ ਆਫ ਟਰਸਟ ਜਿਹੜਾ ਹੈ ਨਾ, ਆਪਸ ਬਾਇਲੈਟਰਲ ਰਿਲੇਸ਼ਨ ਸਾਡੇ ਹੋ ਜਾਂਦੇ ਨੇ ਸਭ ਜਮਾਤਾਂ ਨਾਲ। ਤੇ ਮੈਂ ਇਮਰਾਨ ਨੂੰ ਪੁੱਛਿਆ ਕਿ ਕਿਹਦੇ ਕੋਲ ਤੁਸੀਂ ਗਏ ਸੋ? ਤੇ ਉਹਨਾਂ ਨੇ ਇੱਕ ਅੰਗੂਠੀ ਹੱਥ 'ਚ ਪਹਿਨਾਈ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਐਸਾ ਉਸ ਗਿਆ ਸਾਂ। ਐਂਡ ਹੀ ਵਾਜ਼ ਵੈਰੀ ਇੰਪਰੈਸਡ। ਉਹਨਾਂ ਦੇ ਕੁਝ ਇਸ਼ੂਜ਼ ਸਨ, ਦਬਾਅ ਜ਼ਹਿਨੀ ਤੌਰ 'ਤੇ ਮਹਿਸੂਸ ਕਰਦੇ ਸਨ। ਕਈ ਲੋਕਾਂ ਕੋਲ ਉਹਨਾਂ ਨੇ ਰਾਬਤਾ ਵੀ ਕੀਤਾ, ਮਤਲਬ ਤਾਰਕ ਜਮੀਲ ਸਾਹਿਬ ਨਾਲ, ਕਈ ਡਿਫਰੈਂਟ ਔਰ ਲੋਕਾਂ ਨਾਲ ਜਿਹੜੇ ਕੋਈ ਰੂਹਾਨੀ ਮਾਮਲਾਤ ਦੱਸਾਂ। ਲੇਕਿਨ ਇਮਰਾਨ ਦੀ ਫੀਲਿੰਗ ਇਹ ਸੀ ਕਿ ਮੈਂ ਜਦੋਂ ਬੁਸ਼ਰਾ ਬੀਬੀ ਨੂੰ ਮਿਲਿਆ ਤੇ ਉਹਨਾਂ ਨੇ ਕੁਝ ਪੜ੍ਹਨ ਵਾਸਤੇ ਦੱਸਿਆ। ਮੈਂ ਉਹ ਵੀ ਦੱਸਣਾ ਤੁਹਾਨੂੰ ਕਿ ਪੜ੍ਹਨ ਵਾਸਤੇ ਕੀ ਦੱਸਿਆ ਜਾਂ ਕੁਝ ਪੜ੍ਹ ਕੇ ਉਹਨਾਂ ਨੇ ਦਮ ਵੀ ਕੀਤਾ। ਤਾਂ ਬਹੁਤ ਉਸ ਤੋਂ ਬਾਅਦ ਉਹ ਰਿਲੈਕਸ ਹੋ ਗਿਆ। ਮੈਂ ਬਾਅਦ ਇਮਰਾਨ ਨੂੰ ਪੁੱਛਿਆ ਕਿ ਬੁਸ਼ਰਾ ਬੀਬੀ ਨੇ ਕੀ ਪੜ੍ਹਨ ਵਾਸਤੇ ਕਿਹਾ ਸੀ। ਬੁਸ਼ਰਾ ਬੀਬੀ ਬਾਈ ਦਾ ਵੇ, ਬੁਸ਼ਰਾ ਬੀਬੀ ਨੂੰ ਬੁਸ਼ਰਾ ਬੀਬੀ ਮੈਂ ਕਹਿਣਾ ਸ਼ੁਰੂ ਕੀਤਾ ਸੀ, ਕਿਉਂਕਿ ਮੈਂ ਬੁਸ਼ਰਾ ਕਹਿ ਕੇ ਬੁਲਾ ਨਹੀਂ ਸੀ ਸਕਦਾ। ਤੇ ਮੈਂ ਆਊਟ ਆਫ ਰਿਸਪੈਕਟ ਉਹਨਾਂ ਨੂੰ ਬੁਸ਼ਰਾ ਬੀਬੀ ਕਹਿਣਾ ਸ਼ੁਰੂ ਕੀਤਾ, ਜਿਹਦੀ ਵਜ੍ਹਾ ਤੋਂ ਬੁਸ਼ਰਾ ਬੀਬੀ ਦਾ ਨਾਮ ਬੁਸ਼ਰਾ ਬੀਬੀ ਬਣ ਗਿਆ। ਸਾਰੇ ਉਹਨੂੰ ਬੁਸ਼ਰਾ ਬੀਬੀ ਬੁਲਾਉਂਦੇ। ਤਾਂ ਉਹਨਾਂ ਨੇ ਦੱਸਿਆ, ਇਮਰਾਨ ਨੇ ਮੈਨੂੰ ਦੱਸਿਆ ਕਿ ਉਹਨੇ ਕਿਹਾ ਕਿ ਇਤਨੀ ਦਫਾ ਦਰੂਦ ਇਬਰਾਹੀਮੀ ਪੜ੍ਹਨਾ ਹੈ ਜਿਤਨੀ ਦਫਾ ਤੂੰ ਹਰ ਸਾਲ ਨਾਲ ਪੜ੍ਹ ਸਕਣਾ। ਤਾਂ ਜਿਹੜੀ ਤਸਬੀਹ ਉਹਨਾਂ ਨੇ ਹੱਥ 'ਚ ਰੱਖੀ ਹੈ ਇਮਰਾਨ ਨੇ, ਤੇ ਇਮਰਾਨ ਉਸ ਤਸਬੀਹ ਦੇ ਉੱਤੇ ਅੱਲਾਹੁਮਾ ਸੱਲੀ ਅਲਾ ਮੁਹੰਮਦ ਦਰੂਦ ਇਬਰਾਹੀਮੀ, ਬਸ ਬੇਸਿਕਲੀ ਉਹਦੀ ਉਹ ਜਿਤਨੀ ਦਫਾ ਰੈਸੀਟੇਸ਼ਨ ਕਰ ਸਕਦਾ ਹੈ ਨਾ ਇਬਤਦਾਈ ਤੌਰ 'ਤੇ, ਉਹਦੇ ਨਾਲ ਹੀ ਉਹਦਾ ਜਿਹੜਾ ਸੀ ਨਾ ਜ਼ਹਿਨੀ ਤਣਾਅ ਤੇ ਇੱਕ ਬੇਚੈਨੀ, ਤੇ ਹੀ ਫੈਲਟ ਕਿ ਉਸ ਤੋਂ ਬਾਅਦ ਉਹ ਰਿਲੈਕਸ ਹੋ ਗਿਆ। ਮੈਂ ਤੁਹਾਨੂੰ ਇੰਟਰਵਿਊ ਦੇ ਵਿੱਚ ਇਸ ਤੋਂ ਰਿਹਾ ਕਿ ਉਹ ਚੀਜ਼ ਹੈ ਜਿਹੜੀ ਬਿਲਕੁਲ ਐਨ ਇਸਲਾਮੀ ਹੈ। ਅਗਰ ਆਪ ਕੁਰਾਨ ਪਾਕ ਦੀ ਨਹੀਂ, ਅੱਲਾਹ ਪਾਕ ਨੇ ਕੁਰਾਨ ਪਾਕ ਦੇ ਵਿੱਚ ਇੱਕ ਆਇਤ ਹੈ ਕਿ ਇਨ ਅੱਲਾਹ व ਮਲਾਇਕਾਤੁਹੁ ਯੁਸੱਲੂਨਾ ਅਲਨ ਨਬੀ ਯਾ ਅਯੁਹੱਲਜ਼ੀਨਾ ਆਮਨੂ ਸੱਲੂ ਅਲੈਹਿ ਵਸੱਲਿਮੂ ਤਸਲੀਮਾ। ਇਹ ਤਾਂ ਅੱਲਾਹ ਦੇ ਉਸ ਹੁਕਮ ਦੀ ਤਾਮੀਲ ਹੈ ਜਿਹੜਾ ਬੰਦਾ ਉਹ ਕਰ ਰਿਹਾ ਹੁੰਦਾ। ਤੇ ਮੇਰਾ ਤਾਂ ਖਿਆਲ ਹੈ ਕੋਈ ਐਨ ਇਸਲਾਮੀ ਮਸ਼ਵਰਾ ਸੀ। ਤਾਂ ਬੀਬੀ ਦੇ ਨਾਲ ਜਿਹੜੀਆਂ ਹੋਰ ਕੋਈ ਸੁਪਰ ਨੈਚੁਰਲ ਦੀਆਂ ਚੀਜ਼ਾਂ ਦੇਖੀਆਂ, ਜੋੜੀਆਂ ਨੇ ਲੋਕਾਂ ਨੇ। ਮੈਂ ਇਹੀ ਪੁੱਛਣਾ ਚਾਹ ਰਹੀ, ਜੋੜੀਆਂ ਨੇ ਜਾਂ ਤੁਸੀਂ ਫੀਲ ਵੀ ਕੀਤੀਆਂ? ਮੈਂ ਵਿਟਨੈਸ ਨਹੀਂ ਕੀਤਾ, ਇਸ ਤੋਂ ਮੈਂ ਕਹਿ ਨਹੀਂ ਸਕਦਾ। ਕੋਈ ਮੇਰੇ ਤੋਂ ਚਲੋਰੀ ਛੁਪ ਕੇ ਜਾ ਕੇ ਉਹਨੇ ਕੁਛ ਕੀਤਾ ਹੋਇਆ ਤਾਂ ਮੈਨੂੰ ਨਹੀਂ ਪਤਾ, ਲੇਕਿਨ ਉਹਦੇ ਬੱਚੇ, ਉਹਦੀ ਫੈਮਿਲੀ ਜਿਹੜੀ ਫਾਰਮਰ ਫੈਮਿਲੀ, ਮੈਂ ਉਹਨਾਂ ਸਾਰਿਆਂ ਨਾਲ ਵਾਕਿਫ ਹਾਂ। ਉਹਨਾਂ 'ਚ ਇੱਕ ਚੀਜ਼ ਹੈ ਜਿਹੜੀ ਮੇਰੇ ਖਿਆਲਾਤ ਤੋਂ ਮੁਤਸਾਦਮ ਹੈ। ਮੈਂ ਮਜ਼ਾਰਾਤ 'ਤੇ ਜਾਂਦਾ ਉਹਨਾਂ ਬਜ਼ੁਰਗਾਂ ਦੀ ਮਗਫਰਤ ਦੀ ਦੁਆ ਕਰਨ ਵਾਸਤੇ, ਉਹਨਾਂ ਦੇ ਦਰਜਾਤ ਦੀ ਬੁਲੰਦੀ ਕਰਨ ਵਾਸਤੇ, ਲੇਕਿਨ ਮੈਂ ਉਹਨਾਂ ਨੇ ਮਜ਼ਾਰਾਤ ਨੂੰ ਪੂਜਣਾ ਪਸੰਦ ਨਹੀਂ ਕਰਦਾ। ਜਾਂ ਅੱਲਾ ਮਾਫ ਕਰੇ ਸਜਦਾ ਕਰਨਾ ਜਾਂ ਮੰਗਣਾ, ਪਤਾ ਨਹੀਂ ਉਹ ਸਾਰੇ ਸਜਦਾ ਕਰਦੇ ਨਹੀਂ ਜਾਂ ਮੰਨਤਾਂ ਮੰਨਣਾ। ਮੇਰੇ ਉਹ ਖਿਆਲਾਤ ਤੋਂ ਮੁਤਸਾਦਮ ਹੈ। ਮੈਂ ਉਸ ਚੀਜ਼ 'ਤੇ ਮੇਰਾ ਜ਼ਹਿਨ ਵੀ ਮੁਤਫਿਕ ਨਹੀਂ ਔਰ ਮੈਂ ਉਹਨੂੰ ਸ਼ਿਰਕ ਦੇ ਕਰੀਬ ਸਮਝਣਾ। ਉਹਨਾਂ ਦੀ ਫੈਮਿਲੀ ਦਾ ਉੱਥੇ ਇਤਕਾਦ ਬਹੁਤ ਹੈ। ਉਹ ਇਤਕਾਦ ਦਾ ਲੈਵਲ ਕੀ ਹੈ ਮੈਂ ਉਸ ਨੂੰ ਕੁਆਂਟੀਫਾਈ ਨਹੀਂ ਕਰਾਂਗਾ, ਕਿਉਂਕਿ ਮੈਂ ਇੱਕ ਦਿਨ ਪੁੱਛਿਆ ਬੁਸ਼ਰਾ ਬੀਬੀ ਨੂੰ, ਤੇ ਬੁਸ਼ਰਾ ਬੀਬੀ ਦਾ ਖਿਆਲ ਇਹ ਸੀ ਕਿ ਉਹਨਾਂ ਦੇ ਜਿਹੜੇ ਪਹਿਲੇ ਹਸਬੈਂਡ ਸਨ, ਉਹਨਾਂ ਦੀ ਵਾਲਿਦਾ ਉਹ ਉੱਥੇ ਬਹੁਤ ਜਾਂਦੀ ਸੀ। ਤੇ ਉਹਦੀ ਵਜ੍ਹਾ ਤੋਂ ਆਹਿਸਤਾ ਆਹਿਸਤਾ, ਕਿਉਂਕਿ ਉਹ ਸੱਸ ਜਾ ਰਹੀ ਸੀ ਤੇ ਸੱਸ ਦੇ ਨਾਲ ਬਹੂ ਨੇ ਵੀ ਜਾਣਾ ਸ਼ੁਰੂ ਕਰਤਾ ਤੇ ਉਹ ਰੁਝਾਨ ਬਣ ਗਿਆ। ਵੈਸੇ ਬੁਸ਼ਰਾ ਬੀਬੀ ਦੀ ਜਿਹੜੀ ਆਪਣੀ ਫੈਮਿਲੀ ਹੈ, ਇਹਨਾਂ ਦੇ ਵਾਲਿਦ ਦਾ ਇਸਲਾਮਾਬਾਦ ਦੇ ਬਲੂ ਏਰੀਆ ਦੇ ਕੋਨੇ ਦੇ ਵਿੱਚ ਇੱਕ ਬੜਾ ਮਸ਼ਹੂਰ, ਜਦੋਂ ਮੈਂ ਕਿਸੇ ਜ਼ਮਾਨੇ 'ਚ ਗਿਆ ਸਨ 1990 ਨਵਾਂ ਤੇ ਇੱਕ ਚਾਈਨੀਜ਼ ਰੈਸਟੋਰੈਂਟ ਸੀ, ਉਹ ਇਹਦੇ ਵਾਲਿਦ ਦਾ ਸੀ। ਤੇ ਆਪ ਆਪਣੀ ਉਹਦੀ ਫੈਮਿਲੀ ਦੀ ਬੈਕਗਰਾਊਂਡ ਉਹ ਨਹੀਂ ਸੀ ਕਿ ਮਜ਼ਾਰਾਂ 'ਤੇ ਜਾ ਕੇ ਤੇ ਕੋਈ ਮਜ਼ਾਰਾਂ 'ਤੇ ਕੁਛ ਚੜਾਵੇ ਚੜਾਉਣੇ ਨੇ, ਲੇਕਿਨ ਉਹ ਫਿਰ ਆਪਣੀ ਸੱਸ ਵੱਲੋਂ ਜਾਂ ਫੈਮਿਲੀ ਦੀ ਵਜ੍ਹਾ ਤੋਂ ਫਿਰ ਚੰਗੀ ਬਹੂ ਸੀ। ਹੋ ਸਕਦਾ ਚੰਗੀ ਹੋਏ, ਸੱਸ ਦੇ ਨਾਲ ਬਣਾ ਕੇ ਰੱਖੀ, ਸੱਸ ਦੇ ਰੂਲਸ ਨੂੰ ਫੋਲੋ ਕਰਨਾ ਫਿਰ ਤੇ ਚੰਗੇ ਹੋਣ ਦੀ ਨਿਸ਼ਾਨੀ ਹੈ, ਮੇਰਾ ਖਿਆਲ ਹੈ। decent woman,
ਔਰ ਮੈਂ ਜਿੰਨੀ ਦਫਾ ਵੀ ਮਿਲਿਆ ਬੜੇ ਉਹਨੇ ਰਿਸਪੈਕਟਫੁਲੀ ਮੇਰੇ ਨਾਲ ਪੇਸ਼ ਆਈ। ਉਹਦੇ ਬੱਚੇ ਬੜੀ ਇੱਜ਼ਤ ਨਾਲ ਪੇਸ਼ ਆਉਂਦੇ ਨੇ। ਮੈਂ ਉਹਨਾਂ ਦੇ ਘਰ ਗਿਆ ਤਾਂ ਉਹਨਾਂ ਦੀਆਂ ਬੇਟੀਆਂ ਬੜੇ ਇਤਰਾਮ ਦੇ ਨਾਲ ਇੱਜ਼ਤ ਦੇ ਨਾਲ ਪਾਸ ਬੈਠ ਕੇ ਤਮੀਜ਼ ਨਾਲ ਗੱਲ ਕਰਨ ਵਾਲੇ ਬੱਚੇ ਨੇ। ਇਸ ਤੋਂ ਮੈਂ ਉਹ ਸੁਪਰ ਨੈਚੁਰਲ ਚੀਜ਼ਾਂ ਮੈਂ ਦੇਖੀਆਂ ਨਹੀਂ। ਜੇ ਅਗਰ ਉਹ ਕਿਸੇ ਹੋਰ ਨੇ ਵਿਟਨੈਸ ਕੀਤੀਆਂ ਤਾਂ ਉਹਦਾ ਜਵਾਬ ਉਹ ਦੇ ਸਕਦਾ, ਜਾਂ ਮੇਰੇ ਤੋਂ ਲਹਿਦਾ ਹੋ ਕੇ ਜੇ ਉਹਨੇ ਕੁਝ ਕੀਤਾ ਹੋਵੇ ਤੇ ਤਦ ਵੀ ਉਹੀ ਦੱਸ ਸਕਦਾ। ਬਿਲਕੁਲ ਬਿਲਕੁਲ। ਨਦੀਮ ਸਾਹਿਬ, ਤੁਸੀਂ ਇੰਨੇ ਜ਼ਿਆਦਾ ਮਤਲਬ ਆਲਮੋਸਟ ਸਾਰੇ ਇਲੈਕਸ਼ਨ ਹੁੰਦੇ ਵੇਖੇ, ਤੁਹਾਨੂੰ ਕੀ ਲੱਗਦਾ ਹੈ ਕਿਹੜਾ ਇਲੈਕਸ਼ਨ ਫੇਅਰ ਲੜਿਆ ਗਿਆ ਸੀ? ਕੋਈ ਵੀ ਨਹੀਂ, ਜਿਹੜੇ ਮੈਂ ਦੇਖੇ ਨੇ ਉਹਨਾਂ ਚੋਂ ਕੋਈ ਵੀ ਨਹੀਂ। ਵਾਓ, ਵਾਟ ਅ ਬਲੰਟ ਯੂ ਆਰ। ਤੁਸੀਂ ਉਹਨਾਂ ਨੂੰ ਤੁਸੀਂ ਸਿਰਫ ਇਹ ਕੁਆਂਟੀਫਾਈ ਕਰ ਸਕਦੇ ਹੋ ਕਿ ਕਿਹੜਾ ਬਦਤਰੀਨ ਸੀ, ਕਿਹੜਾ ਉਸ ਤੋਂ ਘੱਟ ਸੀ। ਕਿਹੜਾ ਹੁੰਦਾ ਨਾ ਬੈਡ। ਮਤਲਬ 2002 ਵਾਲਾ ਇਲੈਕਸ਼ਨ ਹੈ, ਮੈਂ ਤੁਹਾਨੂੰ 3-4 ਸਾਲ ਦੇਣਾ, ਜਿਹੜਾ ਉਸ ਤੋਂ ਪਹਿਲੇ ਤੇ ਤੁਹਾਡੀ ਤੇ ਸ਼ਾਇਦ ਕੋਈ ਬਾਤ ਤੇ ਮੇਰੀ ਵੀ ਹੋਸ਼ ਤੋਂ ਪਹਿਲੇ ਦੇ ਹੋਣਗੇ, ਲੇਕਿਨ 2002 ਵਾਲਾ ਇਲੈਕਸ਼ਨ ਮੁਸ਼ਰਫ ਨੇ ਕਰਾਇਆ ਸੀ। ਤੇ 2002 ਵਾਲਾ ਇਲੈਕਸ਼ਨ ਮੁਸ਼ਰਫ ਨੇ ਮੈਨੇਜ ਕੀਤਾ ਸੀ, ਤੋੜ ਕੇ ਨੂਨ ਲੀਗ ਨੂੰ ਆਪਣੀ ਪਸੰਦ ਦੀ ਹੁਕੂਮਤ ਕਾਫ ਲੀਗ ਦੀ ਬਣਾਉਣ ਵਾਸਤੇ। ਉਸ ਦੇ ਬਾਵਜੂਦ ਸਾਰੀ ਫੌਜ ਦੀ ਮੁਦਾਖਲਤ ਦੇ ਬਾਵਜੂਦ ਇਸਟੈਬਲਿਸ਼ਮੈਂਟ ਨੇ ਜੋ ਕਰਨਾ ਸੀ ਤੋੜ ਫੋੜ ਗਰੁੱਪ ਬਣਾਣੇ, ਫਿਰ ਵੀ ਕਿਸੇ ਕੋਲ ਕਾਫ ਲੀਗ ਕੋਲ ਸਾਦਾ ਅਕਸੀਅਤ ਨਹੀਂ ਸੀ ਆਈ। ਫਿਰ ਉਹਨਾਂ ਨੂੰ ਹੁਕੂਮਤ ਪੂਰੀ ਕਰਨ ਵਾਸਤੇ ਤਾਂ ਉਸ ਵੇਲੇ ਪੀਪਲਸ ਪਾਰਟੀ ਦੇ ਬੰਦੇ ਤੋੜ ਕੇ तो पीपल्स पार्टी पैट्रियट्स बनवानी पाई सी। तो पीपल्स पार्टी पैट्रियट बनाई तो उन्होंने नाल मिल के ते जमाली दी हुकूमत बनाई। जमाली दी हुकूमत दे नाल भी बाद च गुजारा नहीं होया। जिहड़ी हुकूमत सी जिहड़ी अपनी मर्जी नाल चुन के बंदे खड़ी कीती सी, फिर दरमियान च तोड़ के ते फिर शौकत अजीज नूं वज़ीर आज़म बनाया। उस तो बाद वो इलैक्शन आंदा है जिहदे विच पीपल्स पार्टी दी हुकूमत बनदी है। मोहतरमा दी असैसिनेशन तो बाद 2007 दा इलैक्शन पोस्टपोन हो गया सी। तो वो एक अजीबो गरीब सूरत हाल सी। उस वेले अरेंजमेंट बज़ाहिर ये सी कि मुशर्रफ दी काफ लीग, किंग्स पार्टी जिन्होंने कहा जाता सी, ते बीबी दी पाकिस्तान पीपल्स पार्टी, ये दोनों मिल के ते हुकूमत बनाएंगे। लेकिन अल्लाह वालों एक नाखुशगवार वाक़या हो गया, मोहतरमा दी असैसिनेशन हो गई। तो पीपल्स पार्टी नूं सिंपथैटिक वोट भी कुछ मिले, उन्हां दे वोटां दी तादाद वध गई ते नून लीग नवाज शरीफ बाहर होया सी, क्योंकि मुशर्रफ ने ते एक स्टेज ते नवाज शरीफ ते बेनज़ीर नूं पाकिस्तान तो बाहर भेज के ये सोच लिया सी कि हुण सदा वास्ते मेरी हुकूमत ही पाकिस्तान च। ਤੇ ਲੇਕਿਨ ਉਹ ਅੱਲਾ ਦਾ ਨਿਜ਼ਾਮ ਤੇ ਨਹੀਂ, ਬੰਦਾ ਤੇ ਸੋਚਦਾ ਲੇਕਿਨ ਅੱਲਾ ਦਾ ਨਿਜ਼ਾਮ ਤੇ ਇੱਕ ਆਪਣਾ ਹੈ ਨਾ। ਉਹ ਦੋਨੋਂ ਵਾਪਸ ਆਏ ਔਰ ਪੀਪਲਸ ਪਾਰਟੀ ਵੀ ਜਿੱਤ ਗਈ ਤੇ ਨੂਨ ਲੀਗ ਵੀ ਤਗੜੀਆਂ ਸੀਟਾਂ ਲੈ ਗਈ। तो ਕਾਫ ਲੀਗ ਆਊਟ ਹੋ ਗਈ ਤੇ ਉਹਨਾਂ ਦੋਨਾਂ ਦੀ ਹੁਕੂਮਤ ਬਣ ਗਈ। ਫਿਰ ਉਸ ਤੋਂ ਬਾਅਦ ਆਂਦਾ 2013 ਵਾਲਾ ਇਲੈਕਸ਼ਨ ਜਿਹਦੇ ਚ ਨਵਾਜ਼ ਸ਼ਰੀਫ ਦੀ ਹੁਕੂਮਤ ਬਣ ਗਈ। 2013 ਵਾਲਾ ਇਲੈਕਸ਼ਨ ਜਿਹੜਾ ਸੀ ਉਹਦੇ ਵਿੱਚ ਜਨਰਲ ਕਿਆਨੀ ਸੀ ਉਸ ਵੇਲੇ ਆਰਮੀ ਚੀਫ, ਔਰ ਮੇਰਾ ਖਿਆਲ ਹੈ ਨਵਾਜ਼ ਸ਼ਰੀਫ ਨੂੰ ਬਹੁਤ ਫ੍ਰੀ ਹੈਂਡ ਦਿੱਤਾ ਗਿਆ ਸੀ ਇਲੈਕਸ਼ਨ ਦੇ ਵਿੱਚ। ਇਮਰਾਨ ਖਾਨ 2011 ਤੋਂ ਇਸਟੈਬਲਿਸ਼ਮੈਂਟ ਦਾ ਬਹੁਤ ਪਿਆਰਾ ਬਣ ਚੁੱਕਿਆ ਸੀ, ਕਿਉਂਕਿ ਇਸਟੈਬਲਿਸ਼ਮੈਂਟ ਤੰਗ ਆ ਗਈ ਸੀ ਪੀਪਲਸ ਪਾਰਟੀ ਤੋਂ ਵੀ ਤੇ ਨੂਨ ਲੀਗ ਤੋਂ। ਪੁਰਾਣੇ ਜਿੰਨੇ ਵੀ ਸੀ ਉਹਨਾਂ ਤੋਂ ਤੰਗ ਆ ਗਈ ਸੀ। ਕ੍ਰੀਏਟ ਵਕਤਨ ਫਕਤਨ ਉਹਨਾਂ ਨੇ ਕੀਤੇ ਸਨ। IGI ਦੇ ਜ਼ਮਾਨੇ ਚ ਨਵਾਜ਼ ਸ਼ਰੀਫ ਨੂੰ ਕ੍ਰੀਏਟ ਕੀਤਾ ਸੀ, ਬਾਕੀ ਵੀ ਕਿਤੇ ਨਾ ਕਿਤੇ ਮੁਹੱਬਤਾਂ ਬਾਕੀਆਂ ਦੇ ਨਾਲ ਵੀ ਉਹਨਾਂ ਨੇ ਪਾਲੀਆਂ ਸਨ, ਲੇਕਿਨ ਉਹਨਾਂ ਦੇ ਦਿਲ ਸੀ ਕਿ ਦੋਨੋਂ ਪਾਰਟੀਆਂ ਤਗੜੀਆਂ ਹੋ ਗਈਆਂ ਨੇ, ਇੱਕ ਜਾਂਦਾ ਦੂਜਾ ਆ ਜਾਂਦਾ, ਉਹਨੂੰ ਲਾਨਿਆ ਦੋ ਆ ਜਾਂਦਾ, ਤੇ ਹੁਣ ਇੱਕ ਨਵੀਂ ਪਾਰਟੀ ਕ੍ਰੀਏਟ ਕਰਨੇ ਆ। ਤੇ ਇਮਰਾਨ ਬੜਾ ਪਪੂਲਰ ਫੇਸ ਹੈ, ਇਹ ਅੱਗੇ ਇਹ ਹੋਏਗਾ ਪਿੱਛੋਂ ਅਸੀਂ ਹੁਕੂਮਤ ਚਲਾਵਾਂਗੇ। ਸੋਚ ਇਹ ਸੀ 2011 ਤੋਂ ਪ੍ਰਵਾਨ ਚੜ੍ਹਨੀ ਸ਼ੁਰੂ ਹੋਈ ਸੀ ਲਾਹੌਰ ਦੇ ਵਿੱਚ, ਜਲਸਾ ਮੀਨਾਰੇ ਪਾਕਿਸਤਾਨ ਚ ਕਰਵਾਇਆ ਸੀ। ਇਸਟੈਬਲਿਸ਼ਮੈਂਟ ਨੇ ਪੂਰੇ ਜ਼ੋਰੋ ਸ਼ੋਰ ਨਾਲ ਉਹਦੀ ਮਦਦ ਕੀਤੀ। 2013 ਵਾਲੇ ਇਲੈਕਸ਼ਨ ਦੇ ਵਿੱਚ ਉਹਨੂੰ ਸੂਬਾਈ ਅਸੈਂਬਲੀ ਦੀਆਂ ਉਹਨਾਂ ਨੇ ਸੀਟਾਂ KP ਤੋਂ ਜਿਤਵਾਈਆਂ ਤੇ ਉਹਦੀ KP ਦੇ ਵਿੱਚ ਉਹਦੀ ਹੁਕੂਮਤ ਬਣਵਾ ਦਿੱਤੀ। ਮਰਕਜ਼ ਦੇ ਵਿੱਚ ਉਹਦੀ PMLN ਨੂੰ ਫ੍ਰੀ ਹੈਂਡ ਮਿਲਿਆ, PMLN ਦੀ ਹੁਕੂਮਤ ਬਣ ਗਈ। ਉਸ ਤੋਂ ਬਾਅਦ ਆ ਜਾਂਦਾ ਜੀ 2018 ਤੋਂ ਬਾਅਦ ਅਸਲ ਚੋਂ ਸੀਨ ਸ਼ੁਰੂ ਹੁੰਦਾ ਹੈ ਜਿੱਥੇ ਫਿਰ ਉਹ ਧਰਨੇ ਤੇ ਫਿਰ ਤੁਸੀਂ ਉਹ ਸੀਨ ਦੇਖੇ ਨੇ। 2014 ਚ ਧਰਨਾ ਸ਼ੁਰੂ ਕਰਤਾ ਸੀ ਇਮਰਾਨ ਖਾਨ ਨੇ, 2013 ਦੇ ਇਲੈਕਸ਼ਨ ਤੋਂ 1 ਸਾਲ ਬਾਅਦ ਧਰਨਾ ਸ਼ੁਰੂ ਕਰਤਾ ਸੀ। ਫਿਰ 2018 ਦੇ ਇਲੈਕਸ਼ਨ ਦੇ ਵਿੱਚ ਇਮਰਾਨ ਖਾਨ ਦੀ ਮਰਕਜ਼ 'ਚ ਹੁਕੂਮਤ ਬਣਵਾਈ ਗਈ। ਮਰਕਜ਼ ਦੀ ਹੁਕੂਮਤ ਬਣਵਾਉਣ ਵਾਸਤੇ ਹੁਣ ਇਮਰਾਨ ਖਾਨ ਵਾਸਤੇ ਜਨੂਬੀ ਸੂਬਾ ਮਹਾਜ਼ ਜਿਹੜਾ ਸੀ ਉਹ ਖੜਾ ਕੀਤਾ ਗਿਆ। ਉਹ ਮਹਾਜ਼ ਇਸ ਤੋਂ ਖੜਾ ਕੀਤਾ ਗਿਆ ਕਿ ਨੂਨ ਲੀਗ ਦੇ ਲੋਕ ਸਨ, ਉੱਥੋਂ ਬੰਦੇ ਤੋੜ ਕੇ तो वो इलेक्टेबल सन, ਜਿਹੜੇ ਆਪਣੇ ਆਪਣੇ ਹਲਕੇ ਜਿੱਤ ਸਕਦੇ ਸਨ। ਇਸਟੈਬਲਿਸ਼ਮੈਂਟ ਮਦਦ ਕਰਦੀ ਸੀ ਤਾਂ ਉਹ ਤਗੜੇ ਹੋ ਜਾਂਦੇ ਸਨ। ਉਹਨਾਂ ਨੂੰ ਜਿਤਵਾ ਕੇ ਤਾਂ ਪੰਜਾਬ 'ਚੋਂ ਅਕਸਰੀਅਤ ਲੈਣਾ ਜ਼ਰੂਰੀ ਹੈ ਮਰਕਜ਼ 'ਚ ਹੁਕੂਮਤ ਬਣਾਉਣ ਵਾਸਤੇ। ਉੱਥੋਂ ਉਹ ਦਵਾਈ। ਫਿਰ ਕਰਾਚੀ ਦੇ ਵਿੱਚੋਂ 13-14 ਸੀਟਾਂ ਜਿਹੜੀਆਂ ਸਨ ਉਹ ਜਿੱਤ ਨਹੀਂ ਸੀ ਸਕਦੀ PTI। ਸਾਡਾ ਖਿਆਲ ਸੀ ਕਿ 3 ਸੀਟਾਂ ਜਿੱਤ ਸਕਦੀ, ਇਸ ਤੋਂ ਜ਼ਿਆਦਾ ਨਹੀਂ। ਉੱਥੋਂ ਉਹਨਾਂ ਨੇ 14 ਸੀਟਾਂ ਦਵਾਤੀਆਂ ਤੇ ਉਹਦੀ ਹੁਕੂਮਤ ਇਮਰਾਨ ਖਾਨ ਦੀ ਬਣਾਤੀ ਤੇ ਇਮਰਾਨ ਖਾਨ ਤਗੜੀ ਹੋ ਗਈ। ਫੇਵਰੇਟ ਸੀ ਇਸਟੈਬਲਿਸ਼ਮੈਂਟ ਦਾ, ਬਲੂ ਆਈਡ। ਜਨਰਲ ਬਾਜਵਾ ਮਤਲਬ ਉਹਨਾਂ ਦੇ ਪਸੰਦੀਦਾ ਸਨ। ਜਨਰਲ ਬਾਜਵਾ ਉਹਨਾਂ ਦੇ ਮੁਤਲਕ ਬਹੁਤ ਅੱਛੇ ਅਲਫਾਜ਼ 'ਚ ਸਾਨੂੰ ਤਜ਼ਕਰਾ ਕੀਤਾ ਕਰਦੇ ਸਨ ਤੇ ਜਿਹੜੀਆਂ ਕੋਈ ਬਰੀਫਿੰਗਸ ਵੀ ਹੁੰਦੀਆਂ ਸਨ ਬੈਕਗਰਾਉਂਡ ਤੇ ਕਿਹਾ ਜਾਂਦਾ ਸੀ 6 ਮਹੀਨੇ ਵਾਸਤੇ ਪੋਜ਼ਿਟਿਵ ਰਿਪੋਰਟਿੰਗ ਕਰੋ, ਜਿਹੜਾ ਟਾਈਮ ਦੇ ਦਿਓ ਸੈੱਟ ਹੋ ਜਾਏਗਾ ਕੰਮ। ਉਸ ਤੋਂ ਬਾਅਦ 2-3 ਸਾਲ ਤੇ ਕੰਮ ਠੀਕ ਚੱਲਿਆ। ਇਮਰਾਨ ਖਾਨ ਦੀ ਹੁਕੂਮਤ ਨੇ ਜਨਰਲ ਬਾਜਵਾ ਨੂੰ ਐਕਸਟੈਂਸ਼ਨ ਦਿੱਤੀ। ਇਮਰਾਨ ਖਾਨ ਦੀ ਹੁਕੂਮਤ ਦੇ ਇੱਕ ਆਲਾ ਅਹੁਦੇਦਾਰ ਨੂੰ ਮੈਂ ਜਾ ਕੇ ਪੁੱਛਿਆ ਕਿ ਇਮਰਾਨ ਖਾਨ ਤੇ ਕਹਿੰਦਾ ਹੁੰਦਾ ਸੀ ਆਰਮੀ ਚੀਫ ਨੂੰ ਐਕਸਟੈਂਸ਼ਨ ਦੇਣੀ ਨਹੀਂ, ਤੇ ਐਕਸਟੈਂਸ਼ਨ ਕਿਉਂ ਦੇਣ ਲੱਗੇ ਹੋ? ਉਹਨੇ ਕਿਹਾ ਜਿੰਨੀ ਸਪੋਰਟ ਮਿਲਦੀ ਪਈ ਜਨਰਲ ਬਾਜਵਾ ਤੋਂ, ਜੇ ਇਹਨੇ ਸਪੋਰਟ ਨਾ ਦਿੱਤੀ ਤੇ ਜਿਹੜੇ ਬੰਦੇ ਨਾਲ ਨੇ ਤੇ ਟੁੱਟ ਜਾਣਗੇ, ਹੁਕੂਮਤ ਕਿਸ ਤਰ੍ਹਾਂ ਚੱਲੇਗੀ? ਫਾਈਨਾਂਸ ਉਹ ਚਲਾਉਂਦੇ ਨੇ, ਪਾਵਰ ਸੈਕਟਰ ਉਹ ਚਲਾਉਂਦੇ ਨੇ, ਕੋਈ ਤੁਹਾਡੀ ਨਾਰਾਜ਼ ਹੋ ਜਾਂਦਾ ਤਾਂ ਬੰਦਾ ਉਹ ਮਨਾ ਕੇ ਲਿਆਉਂਦੇ ਨੇ, ਅਸੀਂ ਤੇ ਕੁਝ ਕਰਨ ਜੋਗੇ ਨਹੀਂ। ਤੇ ਇਹ ਜੇ ਪਰੇ ਚਲਾ ਗਿਆ, ਨਵੇਂ ਬੰਦੇ ਨੇ ਸਾਥ ਨਾ ਦਿੱਤਾ ਤੇ ਫਿਰ ਕੀ ਹੋਏਗਾ? ਪ੍ਰੋਬਲਮ ਉਸ ਤੋਂ ਬਾਅਦ ਸ਼ੁਰੂ ਹੁੰਦੀ।
ਉੱਥੋਂ ਤੱਕ ਤੇ ਕੰਮ ਠੀਕ ਸੀ, ਲੇਕਿਨ ਜਦੋਂ ਦੂਜੀ ਟਰਮ ਉਹਦੀ ਐਕਸਟੈਂਸ਼ਨ ਵਾਲੀ ਜਨਰਲ ਬਾਜਵਾ ਦੀ ਕੰਪਲੀਟ ਹੋਣ ਤੇ ਆ ਜਾਂਦੀ, ISI ਦੀ ਤਬਦੀਲੀ ਦਾ ਅਮਲ ਆਂਦਾ, ਜਨਰਲ ਫੈਜ਼ ਨੂੰ ਤਬਦੀਲ ਕਰਨਾ ਸੀ। ਫੌਜ ਦੇ ਇੱਕ ਡਿਸਪਲਿਨ ਹੈ, ਆਰਮੀ ਚੀਫ ਆਪਣੇ ਕਮਾਂਡਰਸ ਆਪਣੀ ਮਰਜ਼ੀ ਨਾਲ ਲਗਾਉਂਦਾ ਵੀ ਹੈ ਤੇ ਹਟਾਉਂਦਾ ਵੀ ਹੈ। ਉੱਥੋਂ ਆ ਕੇ ਇਖਤਲਾਫ ਸ਼ੁਰੂ ਹੋਇਆ, ਤਾਂ ਫਿਰ ਇਖਤਲਾਫ ਦਾ ਨਤੀਜਾ ਇਹ ਸੀ ਕਿ 6 ਮਹੀਨੇ ਬਾਅਦ ਇਮਰਾਨ ਦੀ ਹੁਕੂਮਤ ਡਿੱਗ ਪਈ ਤੇ ਫਿਰ ਉਹ ਦੂਜੇ ਪਾਸੇ ਖੜਾ ਸੀ, ਤੇ ਫਿਰ ਨਵਾਜ਼ ਸ਼ਰੀਫ ਨੇ ਜੱਫੀ ਪਾ ਲਈ ਤੇ ਪੀਪਲਜ਼ ਪਾਰਟੀ ਨੇ ਜੱਫੀ ਪਾ ਲਈ। ਇਹ ਪਾਕਿਸਤਾਨ 'ਚ 35 ਸਾਲਾਂ 'ਚ ਅਸੀਂ ਇਹ ਕੁਛ ਹੀ ਦੇਖਿਆ, ਇੱਕ ਦੀ ਜੱਫੀ ਪੈਂਦੀ ਦੂਜਾ ਜੇਲ੍ਹ 'ਚ ਹੁੰਦਾ, ਉਹ ਜੇਲ੍ਹ ਵਾਲਾ ਬਾਹਰ ਆਉਂਦਾ, ਉਹਦੀ ਜੱਫੀ ਪੈਂਦੀ ਤੇ ਬਾਹਰ ਵਾਲਾ ਜੇਲ੍ਹ ਚਲੇ ਜਾਂਦਾ। ਅੱਛਾ, ਇਹ ਸਾਰੀ ਕਹਾਣੀ, ਸਭ ਤੋਂ ਪਹਿਲੇ ਤੇ ਮੈਂ ਕਹਾਂਗੀ ਤੁਸੀਂ ਕੀ ਉਸਤਾਦ ਹੋ, ਇੱਕ ਸੈਕਿੰਡ ਸਾਰੀ ਹਿਸਟਰੀ ਰਿਵਾਈਜ਼ ਕਰਾਤੀ ਮੇਰੀ। ਲੇਕਿਨ ਇਹ ਸਾਰੀਆਂ ਚੀਜ਼ਾਂ 'ਚ ਹਰ ਬੰਦੇ ਨੇ ਜਿਹੜਾ ਵੀ ਡਿਪਾਰਟਮੈਂਟ ਸੀ, ਜਿਹੜੇ ਵੀ ਡਿਪਾਰਟਮੈਂਟ ਸੀ ਤੁਸੀਂ ਗੱਲ ਕੀਤੀ, ਉਹਨੇ ਪਾਕਿਸਤਾਨ ਬਾਰੇ ਮੈਨੂੰ ਇੱਕ ਦਫਾ ਨਹੀਂ ਲੱਗਿਆ ਜਿੱਥੇ ਕੋਈ ਗੱਲ ਹੋਈ ਹੋਵੇ ਕਿ ਇਹਨੇ ਪਾਕਿਸਤਾਨ ਬਾਰੇ ਸੋਚਿਆ। ਸ਼ਾਇਦ ਜਿਹਨੇ ਇਹ ਸੋਚਿਆ ਸੀ, ਮੇਰਾ ਖਿਆਲ ਹੈ ਜਨਰਲ ਕਿਆਨੀ ਦਾ ਮਾਡਲ ਸੀ ਕਿ ਇੱਕ ਤੀਸਰੀ ਕੁਵਤ ਆਣੀ ਚਾਹੀਦੀ, ਤੇ ਜਨਰਲ ਕਿਆਨੀ ਦਾ ਸ਼ਾਇਦ ਉਸ ਵੇਲੇ ਬੈਕ ਆਫ ਦੀ ਮਾਈਂਡ ਤੇ ਇਹ ਹੋਏਗਾ ਕਿ ਇੱਕ ਤੀਸਰੀ ਕੁਵਤ ਆਏਗੀ, ਇੱਕ ਪਪੂਲਰ ਫੇਸ ਸਾਹਮਣੇ ਆਏਗਾ, ਤੇ ਜਿਹੜੀਆਂ ਵਾਰੀਆਂ ਲੱਗੀਆਂ ਨੇ ਦੋਨੋਂ ਪਾਰਟੀਆਂ ਦੀਆਂ, ਤੇ ਉਸ ਦੀ ਬਜਾਏ ਇੱਕ ਇਮਰਾਨ ਖਾਨ ਦੇ ਨਾਲ ਕਰਪਸ਼ਨ ਨਹੀਂ ਸੀ, ਸ਼ਾਇਦ ਕੁਝ ਬਿਹਤਰ ਹੋ ਜਾਵੇ। ਇਮਰਾਨ ਖਾਨ ਦੀ ਪਰਸਨੈਲਿਟੀ ਦੇ ਨਾਲ, ਉਹਦੇ ਜੋ ਵੀ ਫਲॉज ਸਨ ਉਹਦੇ ਕਰੈਕਟਰ ਦੇ ਵਿੱਚ, ਪਲੇ ਬॉय ਦੇ ਤੌਰ ਤੇ, ਲੇਕਿਨ ਉਹਦੇ ਨਾਲ ਫਾਈਨੈਂਸ਼ੀਅਲ ਕਰਪਸ਼ਨ ਨਹੀਂ ਸੀ ਜੁੜੀ। ਇਹ ਉਹਦੀ ਰਿਪਿਊਟ ਇਹੀ ਸੀ ਕਿ 1 ਰੁਪਏ ਦੀ ਵੀ ਕਰਪਸ਼ਨ ਇਮਰਾਨ ਨਹੀਂ ਕਰੇਗਾ। तो मेरा तो ख्याल है कि एक गुड फेथ जो उन्हें सोचा होएगा, लेकिन एक चीज़ जी है एज ए जर्नलिस्ट मैं सीखी है कि जो तुसी मसनूई तरीके नाल किसी निज़ाम नू क्रिएट करदे हो ना, तो उस तरीके नाल वो गिर भी जाता है। इस सिस्टम नू इवॉल्व होण देन। इमरान खान अगर हुकूमत च रहिंदा ना, जो ਉਹਦੇ ਖਿਲਾਫ नो कॉन्फिडेंस हुई 2022 ਦੇ ਵਿੱਚ, तो वो हाईली अनपॉपुलर प्राइम मिनिस्टर ਸੀ, ਕਿਉਂਕਿ ਉਹ ਕੋਲ ਡਿਲੀਵਰ ਨਹੀਂ ਸੀ ਕੀਤਾ ਜਾ ਰਿਹਾ। ਜਿਸ ਵੇਲੇ नो कॉन्फिडेंस ਹੋਈ, ਉਸ ਤੋਂ ਬਾਅਦ ਉਹ ਮੋਸਟ ਪਪੂਲਰ ਆਪੋਜੀਸ਼ਨ ਲੀਡਰ ਬਣ ਗਿਆ, ਔਰ ਜਿਨ੍ਹਾਂ ਨੂੰ ਹੁਕੂਮਤ ਦਿੱਤੀ ਗਈ ਸੀ PDM ਵਾਲਿਆਂ ਨੂੰ, ਉਹ ਪੰਜਾਬ 'ਚ ਪਪੂਲਰ ਸਨ। PTI ਦੇ ਦੌਰ ਦੇ ਵਿੱਚ ਜਿੰਨੇ ਬਾਈ ਇਲੈਕਸ਼ਨ ਹੋਏ ਸਨ, ਇੱਕ 22 ਦੀ ਸੀਟ ਛੋੜ ਕੇ ਸਿਆਲਕੋਟ ਵਾਲੀ ਸਾਰੀਆਂ ਸੀਟਾਂ ਨੂਨ ਲੀਗ ਜਿੱਤ ਗਈ ਸੀ। ਮਰੀਮ ਨਵਾਜ਼ ਦੇ ਜਲਸੇ ਤਗੜੇ ਹੁੰਦੇ ਸਨ, ਲੇਕਿਨ PDM ਦੀ ਹੁਕੂਮਤ ਜਿਵੇਂ ਬਣੀ, ਉਹ ਸਾਰੇ ਅਨਪਪੂਲਰ ਹੋ ਗਏ ਤੇ ਇਮਰਾਨ ਖਾਨ ਦੀ ਪਪੂਲੈਰਿਟੀ ਸਮਾਨ ਤੇ ਚਲੀ ਗਈ। ਤੇ ਫਿਰ ਉਹਦਾ ਨਤੀਜਾ ਇਹ ਵੇ ਕਿ 8 ਫਰਵਰੀ ਨੂੰ ਜਿਹੜੇ ਇਲੈਕਸ਼ਨ ਹੋਏ ਨੇ, ਉਹਦੇ 'ਚ ਫਿਰ ਫਾਰਮ 47 ਸਾਨੂੰ ਦਰਿਆਫਤ ਕਰਨਾ ਪਿਆ, ਉਸ ਤੋਂ ਬਗੈਰ ਕੰਮ ਨਹੀਂ ਸੀ ਚੱਲਦਾ। ਹਾਂ, ਬਿਲਕੁਲ।